सतनाम वाहिगुरू। गुरु जी, उन्हां दा परिवार ਅਤੇ ਸਿੰਘ ਅਨੰਦਪੁਰ ਖਾਲੀ ਕਰਕੇ ਅਜੇ ਕੀਰਤਪੁਰ ਕੋਲ ਹੀ ਪੁੱਜੇ ਸਨ ਕਿ ਆਪਣੀਆਂ ਸਾਰੀਆਂ ਕਸਮਾਂ ਭੁਲਾ ਕੇ ਕਹਿਲੂਰ ਦੀਆਂ ਪਹਾੜੀ ਫੌਜਾਂ ਅਤੇ ਸਰਹੰਦ ਦੇ ਵਜ਼ੀਰ ਖਾਨ ਦੀਆਂ ਫੌਜਾਂ ਨੇ ਉਹਨਾਂ ਉੱਪਰ ਹੱਲਾ ਬੋਲ ਦਿੱਤਾ। ਕੀਰਤਪੁਰ ਤੋਂ 6 ਕੁ ਮੀਲਾਂ ਦੀ ਵਿੱਥ ਤੇ ਸਰਸਾ ਨਦੀ ਹੈ। ਜਿਸ ਵੇਲੇ ਸਿੱਖਾਂ ਦਾ ਵਹੀਰ ਇਸ ਨਦੀ ਦੇ ਕਿਨਾਰੇ ਪੁੱਜਾ ਤਾਂ ਇਸ ਵਿੱਚ ਹੜ੍ਹ ਆਇਆ ਹੋਇਆ ਸੀ ਤੇ ਪਾਣੀ ਠਾਠਾਂ ਮਾਰ ਰਿਹਾ ਸੀ। ਸਿੱਖ ਭਾਰੀ ਮੁਸੀਬਤ ਵਿੱਚ ਘਿਰ ਗਏ। ਉਹਨਾਂ ਦੇ ਪਿਛਲੇ ਪਾਸੇ ਵੈਰੀ ਦਲ ਮਾਰੋ ਮਾਰ ਕਰਦਾ ਆ ਰਿਹਾ ਸੀ ਤੇ ਸਾਹਮਣੇ ਸਰਸਾ ਨਦੀ ਪਈ ਸ਼ੂਕਦੀ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਜੰਗ ਵਿੱਚ ਕਿਸੇ ਹਾਲਾਤ ਵਿੱਚ ਵੀ ਵੈਰੀ ਅੱਗੇ ਹਥਿਆਰ ਨਹੀਂ ਸੁੱਟਣੇ, ਜੂਝਦਿਆਂ ਹੋਇਆਂ ਸ਼ਹੀਦ ਹੋ ਜਾਣਾ ਹੈ। ਗੁਰੂ ਜੀ ਦਾ ਪਰਿਵਾਰ ਵੀ 3 ਹਿੱਸਿਆਂ ਵਿੱਚ ਵੰਡਿਆ ਗਿਆ। ਭਾਈ ਮਨੀ ਸਿੰਘ ਜੀ ਦੀ ਅਗਵਾਈ ਵਿੱਚ ਇੱਕ ਜੱਥੇ ਨਾਲ ਗੁਰੂ ਕੇ ਮਹਿਲ ਸਨ, ਜੋ ਸਰਸਾ ਨਦੀ ਪਾਰ ਕਰਕੇ ਭਾਈ ਜਵਾਹਰ ਸਿੰਘ ਜੀ ਦੇ ਘਰ ਦਿੱਲੀ ਵੱਲ ਨੂੰ ਰਵਾਨਾ ਹੋ ਗਏ। ਮਾਤਾ ਗੁਜਰੀ ਜੀ ਛੋਟੇ 2 ਸਾਹਿਬਜ਼ਾਦਿਆਂ ਨਾਲ ਸਨ ਅਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਗੁਰੂ ਜੀ ਦੇ ਨਾਲ ਸਨ। ਗੁਰੂ ਜੀ ਸਮੇਤ ਸਿੰਘਾਂ ਨੇ ਘੋੜੇ ਸਰਸਾ ਨਦੀ ਵਿੱਚ ਠੇਲ ਦਿੱਤੇ। ਐਨੇ ਨੂੰ ਵੈਰੀ ਦਲ ਵੀ ਆ ਪੁੱਜਾ। ਸਰਸਾ ਕਿਨਾਰੇ ਲੜਾਈ ਆਰੰਭ ਹੋ ਗਈ। ਜਿਹੜੇ ਜੱਥੇ ਵੈਰੀ ਨੂੰ ਰੋਕਣ ਲਈ ਕਾਇਮ ਕੀਤੇ ਗਏ ਸਨ, ਉਹ ਜਾਨਾਂ ਹੂਲ ਕੇ ਲੜੇ। ਭਾਈ ਉਦੈ ਸਿੰਘ ਜੀ ਲੜਦਿਆਂ ਲੜਦਿਆਂ ਸ਼ਹੀਦ ਹੋ ਗਏ। ਉਹਨਾਂ ਦੀ ਥਾਂ ਭਾਈ ਜੀਵਨ ਸਿੰਘ ਜੀ, ਜਿਨ੍ਹਾਂ ਦਿੱਲੀ ਤੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਲਿਆਂਦਾ ਸੀ, ਨੇ ਮੱਲ ਲਈ ਅਤੇ ਅੱਗੇ ਵੱਧ ਰਹੇ ਵੈਰੀਆਂ ਨੂੰ ਠੱਲ ਪਾ ਦਿੱਤੀ। ਪਰ ਇਹ ਵੇਖ ਕੇ ਕਿ ਸਾਹਿਬਜ਼ਾਦਾ ਅਜੀਤ ਸਿੰਘ ਜੀ ਲੜਦੇ ਹੋਏ ਵੈਰੀਆਂ ਦੇ ਘੇਰੇ ਵਿੱਚ ਆ ਗਏ ਹਨ, ਤਾਂ ਆਪ ਉੱਧਰ ਹੀ ਆ ਗਏ। ਸਾਹਿਬਜ਼ਾਦਾ ਅਜੀਤ ਸਿੰਘ ਜੀ ਲੜਦੇ ਲੜਦੇ ਵੈਰੀਆਂ ਦੇ ਘੇਰੇ ਵਿੱਚੋਂ ਨਿਕਲ ਗਏ, ਪਰ ਭਾਈ ਜੀਵਨ ਸਿੰਘ ਜੀ ਉੱਥੇ ਹੀ ਸ਼ਹੀਦ ਹੋ ਗਏ। ਸੈਂਕੜੇ ਸਿੰਘ ਸਰਸਾ ਨੂੰ ਪਾਰ ਕਰਦਿਆਂ ਹੋਇਆਂ ਮੌਤ ਦਾ ਸ਼ਿਕਾਰ ਹੋ ਗਏ, ਕਿਉਂਕਿ ਪਾਣੀ ਦਾ ਵੇਗ ਬਹੁਤ ਤਿੱਖਾ ਸੀ। ਵੈਰੀ ਦਲ ਨੇ ਸਰਸਾ ਪਾਰ ਕਰਨ ਦਾ ਖਤਰਾ ਮੁੱਲ ਨਾ ਲਿਆ। ਗੁਰੂ ਗੋਬਿੰਦ ਸਿੰਘ ਜੀ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ 150 ਘੋੜਸਵਾਰ ਸਰਸਾ ਤੋਂ ਪਾਰ ਲੰਘ ਕੇ ਇੱਕ ਜੱਥੇ ਦੇ ਰੂਪ ਵਿੱਚ ਇਕੱਠੇ ਹੋ ਕੇ ਰੋਪੜ ਵੱਲ ਨੂੰ ਹੋ ਪਏ। ਉੱਧਰ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਪਣੇ ਜੱਥੇ ਸਮੇਤ ਰੋਪੜ ਕੋਲ ਪੁੱਜੇ ਤਾਂ ਅੱਗੋਂ ਰੋਪੜ ਦੇ ਪਠਾਨਾਂ ਨੇ ਰਸਤਾ ਰੋਕ ਲਿਆ। ਦੋਹਾਂ ਪਾਸਿਆਂ ਤੋਂ ਤਲਵਾਰ ਚੱਲੀ ਅਤੇ ਜਾਨੀ ਨੁਕਸਾਨ ਹੋਇਆ। ਫਿਰ ਸਤਿਗੁਰੂ ਜੀ 7 ਪੋਹ ਦੀ ਸ਼ਾਮ ਨੂੰ ਚਮਕੌਰ ਪੁੱਜ ਗਏ। ਚਮਕੌਰ ਰੋਪੜ ਤੋਂ ਲਹਿੰਦੇ ਪਾਸੇ 15 ਕੁ ਮੀਲਾਂ ਦੀ ਵਿੱਥ ਤੇ ਹੈ। ਉਸ ਸਮੇਂ ਗੁਰੂ ਜੀ ਦੇ ਨਾਲ 2 ਵੱਡੇ ਸਾਹਿਬਜ਼ਾਦੇ ਅਤੇ 40 ਸਿੰਘ ਹੀ ਸਨ। ਬਾਕੀ ਸਿੰਘ ਰੋਪੜ ਦੀ ਲੜਾਈ ਵਿੱਚ ਸ਼ਹੀਦ ਤੇ ਫੱਟੜ ਹੋ ਗਏ ਸਨ। ਚਮਕੌਰ ਪੁੱਜਣ ਤੇ ਇਹ ਪਤਾ ਲੱਗਾ ਕਿ ਦਿੱਲੀ ਤੋਂ ਹੋਰ ਮੁਗਲ ਫੌਜ ਆ ਰਹੀ ਹੈ ਤੇ ਚਮਕੌਰ ਦੇ ਨੇੜੇ ਹੀ ਪੁੱਜ ਗਈ ਹੈ। ਚਮਕੌਰ ਪੁੱਜਣ ਉੱਤੇ ਉੱਥੇ ਦੇ ਲੋਕਾਂ ਨੇ ਗੁਰੂ ਜੀ ਦਾ ਨਿੱਘਾ ਸਵਾਗਤ ਕੀਤਾ। ਉੱਥੇ ਇੱਕ ਹਵੇਲੀ ਸੀ। ਹਵੇਲੀ ਦੇ ਮਾਲਕ ਚੌਧਰੀ ਬੁੱਧੀ ਚੰਦ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਸਿੰਘਾਂ ਸਮੇਤ ਹਵੇਲੀ ਵਿੱਚ ਡੇਰਾ ਲਾਉਣ। ਇਹ ਸੋਚ ਕੇ ਕਿ ਦਿੱਲੀ ਵੱਲੋਂ ਆ ਰਹੀ ਫੌਜ ਦੇ ਕਾਰਨ ਚਮਕੌਰ ਤੋਂ ਅੱਗੇ ਜਾਣਾ ਠੀਕ ਨਹੀਂ, ਗੁਰੂ ਜੀ ਨੇ ਇਸ ਹਵੇਲੀ ਵਿੱਚ, ਜਿਸ ਨੂੰ ਸਿੱਖ ਇਤਿਹਾਸ ਨੇ ਕੱਚੀ ਗੜੀ ਕਰਕੇ ਲਿਖਿਆ ਹੈ, ਟਿਕ ਕੇ ਵੈਰੀ ਦਲਾਂ ਦਾ ਮੁਕਾਬਲਾ ਕਰਨ ਦਾ ਮਨ ਬਣਾ ਲਿਆ। ਅਗਲੇ ਦਿਨ 22 ਦਸੰਬਰ 1704 ਨੂੰ ਸੰਸਾਰ ਦਾ ਅਨੋਖਾ ਯੁੱਧ ਸ਼ੁਰੂ ਹੋ ਗਿਆ। ਇੱਕ ਪਾਸੇ ਕੱਚੀ ਗੜੀ ਵਿੱਚ ਕੇਵਲ 40 ਸਿੰਘ ਸਨ, ਉਹ ਵੀ ਭੁੱਖੇ ਤਿਹਾਏ ਅਤੇ ਥੱਕੇ ਹੋਏ, ਤੇ ਦੂਜੇ ਪਾਸੇ ਲੱਖਾਂ ਦੀ ਗਿਣਤੀ ਵਿੱਚ ਸ਼ਾਹੀ ਫੌਜਾਂ ਸਨ, ਜਿਨ੍ਹਾਂ ਕੋਲ ਸਮੇਂ ਦੇ ਵਧੀਆ ਤੋਂ ਵਧੀਆ ਹਥਿਆਰ ਸਨ। ਮੁਗਲ ਫੌਜਾਂ ਦੇ ਟਿੱਡੀ ਦਲ ਨੇ ਗੜੀ ਨੂੰ 4 ਪਾਸਿਆਂ ਤੋਂ ਘੇਰ ਲਿਆ, ਪਰ ਗੜੀ ਦੇ ਨੇੜੇ ਆਉਣ ਦੀ ਕਿਸੇ ਨੂੰ ਹਿੰਮਤ ਨਾ ਪਈ। ਮੁਗਲ ਜਰਨੈਲ ਨਾਹਰ ਖਾਨ ਨੇ ਪੌੜੀ ਲਗਾ ਕੇ ਗੜੀ ਉੱਤੇ ਚੜ੍ਹਨਾ ਚਾਹਿਆ, ਪਰ ਗੁਰੂ ਜੀ ਨੇ ਤੀਰ ਨਾਲ ਉਸ ਨੂੰ ਉੱਥੇ ਹੀ ਚਿੱਤ ਕਰ ਦਿੱਤਾ। ਫਿਰ ਗਨੀ ਖਾਨ ਨੇ ਦੀਵਾਰ ਉੱਪਰ ਚੜ੍ਹਨਾ ਸ਼ੁਰੂ ਕੀਤਾ। ਉਸਨੇ ਥੋੜਾ ਜਿਹਾ ਸਿਰ ਹੀ ਚੁੱਕਿਆ ਸੀ ਕਿ ਗੁਰੂ ਜੀ ਨੇ ਗੁਰਜ ਨਾਲ ਉਸ ਦਾ ਸਿਰ ਭੰਨ ਦਿੱਤਾ। ਇੱਕ ਹੋਰ ਜਰਨੈਲ ਖਵਾਜਾ ਮਹਿਮੂਦ ਅਲੀ ਨੇ ਜਦ ਸਾਥੀਆਂ ਨੂੰ ਮਰਦੇ ਦੇਖਿਆ ਤਾਂ ਉਹ ਕੰਧ ਦੇ ਓਹਲੇ ਵਿੱਚ ਨੱਸ ਗਿਆ। ਗੁਰੂ ਜੀ ਨੇ ਉਸ ਦੀ ਇਸ ਬੁਜ਼ਦਿਲੀ ਕਾਰਨ ਜ਼ਫਰਨਾਮੇ ਵਿੱਚ ਉਸ ਨੂੰ ਖਵਾਜਾ ਮਰਦੂਦ ਕਰਕੇ ਲਿਖਿਆ ਹੈ। ਸਰਹੰਦ ਦੇ ਨਵਾਬ ਨੇ ਫੌਜਾਂ ਨੂੰ ਇੱਕੋ ਵਾਰ ਹਮਲਾ ਕਰਨ ਦਾ ਐਲਾਨ ਕੀਤਾ। ਗੁਰੂ ਜੀ ਨੇ ਵੀ ਟਾਕਰੇ ਲਈ 5-5 ਸਿੰਘਾਂ ਦੇ ਜੱਥੇ ਗੜੀ ਅੰਦਰੋਂ ਬਾਹਰ ਭੇਜਣੇ ਆਰੰਭ ਕੀਤੇ।
गढ़ी दीआं चौहां बारियां ते भी कुछ सिंह खड़े कर दिते। गुरु जी आप साहिबजादिਆਂ ਨੂੰ ਨਾਲ ਲੈ ਕੇ गढ़ी ਦੀ सिमटी ते चढ़ गए। ਸਿੰਘਾਂ ਦੇ ਜਥਿਆਂ ਨੇ गढ़ी ਤੋਂ ਬਾਹਰ ਆ ਕੇ ਵੱਧ ਰਹੀ ਮੁਗਲ ਫੌਜ ਨੂੰ ਕਰਾਰੇ ਹੱਥ ਵਿਖਾਏ। गढ़ी ਉੱਪਰੋਂ गुरु जी ਤੇ ਸਿੰਘ ਗੋਲੀਆਂ ਤੇ ਤੀਰਾਂ ਦੀ ਚੰਗੀ ਵਰਖਾ ਕਰ ਰਹੇ ਸਨ। ਦੋ ਘੜੀਆਂ ਖੂਬ ਲੋਹੇ ਤੇ ਲੋਹਾ ਵੱਜਾ। ਸੈਂਕੜੇ ਫੌਜੀ ਮੈਦਾਨ ਵਿੱਚ ਡਿੱਗ ਪਏ। ਅੰਤ 5 ਸਿੰਘ ਵੀ ਸ਼ਹੀਦ ਹੋ ਗਏ। ਫਿਰ ਗੁਰੂ ਜੀ ਨੇ 5 ਸਿੰਘਾਂ ਦਾ ਦੂਜਾ ਜੱਥਾ ਭੇਜਿਆ। ਉਸ ਜੱਥੇ ਦੇ ਸਿੰਘ ਵੀ ਵੈਰੀਆਂ ਦਾ ਚੰਗਾ ਚੋਖਾ ਨੁਕਸਾਨ ਕਰਕੇ ਸ਼ਹੀਦ ਹੋ ਗਏ। ਸਤਿਗੁਰਾਂ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਜੰਗ ਵਿੱਚ ਜੂਝਣ ਦੀ ਆਗਿਆ ਦਿੱਤੀ। ਆਪ ਨੇ ਸਾਹਿਬਜ਼ਾਦੇ ਨੂੰ ਥਾਪੜਾ ਦਿੱਤਾ ਤੇ ਕਿਹਾ ਕਿ ਉਹ ਸਾਹਿਬਜ਼ਾਦੇ ਨੂੰ ਜੂਝਦਿਆਂ ਵੇਖ ਕੇ ਪ੍ਰਸੰਨ ਹੋਣਗੇ। ਬਾਬਾ ਅਜੀਤ ਸਿੰਘ ਜੀ ਦੇ ਨਾਲ ਹੋਰ 8 ਸਿੰਘਾਂ ਦਾ ਜੱਥਾ ਤੋਰਿਆ ਗਿਆ। ਬਾਬਾ ਜੀ ਦੀ ਉਮਰ ਉਸ ਵੇਲੇ 18 ਕੁ ਵਰ੍ਹਿਆਂ ਦੀ ਸੀ। ਗੜ੍ਹੀ ਵਿੱਚੋਂ ਬਾਹਰ ਨਿਕਲਦਿਆਂ ਹੀ ਸਿੰਘਾਂ ਨੇ ਜੈਕਾਰਾ ਛੱਡਿਆ। ਮੁਗਲ ਫੌਜਾਂ ਵੀ ਅੱਗੇ ਵਧੀਆਂ ਅਤੇ ਸਾਹਿਬਜ਼ਾਦੇ ਨੂੰ ਘੇਰ ਲਿਆ। ਬਾਬਾ ਅਜੀਤ ਸਿੰਘ ਜੀ ਨੇ ਤੀਰਾਂ ਨਾਲ ਕਈਆਂ ਦੀਆਂ ਛਾਤੀਆਂ ਵਿੰਨ ਸੁੱਟੀਆਂ। ਬਾਬਾ ਜੀ ਤੇ ਹੋਰ ਸਿੰਘਾਂ ਕੋਲ ਤੀਰ ਮੁੱਕ ਗਏ। ਸਿੰਘਾਂ ਨੇ ਭਗੌਤੀਆਂ ਸੂਤ ਲਈਆਂ। ਬਾਬਾ ਜੀ ਨੇਜ਼ੇ ਨਾਲ ਵਾਰ ਕਰਨ ਲੱਗੇ। ਉਹਨਾਂ ਸੰਜੋਹ ਨਾਲ ਟਕੇ ਇੱਕ ਮੁਗਲ ਸਰਦਾਰ ਦੇ ਸੀਨੇ ਵਿੱਚ ਨੇਜ਼ਾ ਮਾਰਿਆ। ਅੰਨੀ ਮੁੜੀ ਕਰਕੇ ਨੇਜ਼ਾ ਖੁੱਭਿਆ ਹੀ ਰਿਹਾ। ਬਾਬਾ ਜੀ ਨੇ ਤਲਵਾਰ ਸੰਭਾਲ ਲਈ ਤੇ ਫੌਜਾਂ ਦੇ ਵਿਚਕਾਰ ਵੀਰਤਾ ਦੇ ਜੋਹਰ ਵਿਖਾਉਣ ਲੱਗੇ। ਲੜਦੇ ਲੜਦੇ 8 ਸਿੰਘ ਸ਼ਹੀਦ ਹੋ ਗਏ। ਇੱਕ ਮੁਗਲ ਸਰਦਾਰ ਦੇ ਨੇਜ਼ੇ ਨਾਲ ਬਾਬਾ ਜੀ ਦਾ ਘੋੜਾ ਜ਼ਖਮੀ ਹੋ ਗਿਆ। ਆਪ ਪੈਦਲ ਹੀ ਤਲਵਾਰ ਵਹਾਉਣ ਲੱਗੇ। ਬਾਬਾ ਅਜੀਤ ਸਿੰਘ ਜੀ ਨੂੰ ਇਕੱਲਿਆਂ ਲੜਦਿਆਂ ਵੇਖ ਕੇ ਵੈਰੀ ਇੱਕੋ ਵਾਰ ਉਹਨਾਂ ਉੱਤੇ ਆ ਪਏ। ਬਾਬਾ ਜੀ ਲੜਦਿਆਂ ਲੜਦਿਆਂ ਸ਼ਹੀਦ ਹੋ ਗਏ। ਗੁਰੂ ਜੀ ਯੁੱਧ ਨੂੰ ਬੜੇ ਗੌਰ ਨਾਲ ਵੇਖ ਰਹੇ ਸਨ। ਜਦੋਂ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ ਤਾਂ ਸਤਿਗੁਰਾਂ ਨੇ ਆਪ ਬੜੇ ਜ਼ੋਰ ਦੀ ਜੈਕਾਰਾ ਛੱਡਿਆ। ਵੱਡੇ ਭਰਾ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਵੀ ਗੁਰੂ ਪਿਤਾ ਨੂੰ ਜੰਗ ਵਿੱਚ ਜਾਣ ਦੀ ਆਗਿਆ ਮੰਗੀ। ਗੁਰੂ ਜੀ ਨੇ ਬੜੀ ਖੁਸ਼ੀ ਨਾਲ ਬਾਬਾ ਜੀ ਨੂੰ ਜੰਗ ਕਰਨ ਲਈ ਤੋਰਿਆ। ਨਾਲ 5 ਸਿੰਘ ਹੋਰ ਭੇਜੇ। ਬਾਬਾ ਜੀ ਦੀ ਉਮਰ 14 ਸਾਲਾਂ ਦੀ ਸੀ। ਮੁਗਲਾਂ ਨੇ ਬਾਬਾ ਜੀ ਦੇ ਜੱਥੇ ਨੂੰ ਘੇਰ ਲਿਆ। ਬਾਬਾ ਜੀ ਨੇ ਹੱਥ ਵਿੱਚ ਨੇਜ਼ਾ ਲੈ ਕੇ ਵੈਰੀਆਂ ਦੀਆਂ ਛਾਤੀਆਂ ਫੁੰਡਣੀਆਂ ਆਰੰਭ ਕਰ ਦਿੱਤੀਆਂ। ਵੀਰ ਬਾਲਕ ਨੇ ਚੰਗਾ ਯੁੱਧ ਮਚਾਇਆ। ਗੜ੍ਹੀ ਤੋਂ ਗੁਰੂ ਜੀ ਨੇ ਮੁਗਲ ਫੌਜਾਂ ਤੇ ਤੀਰਾਂ ਦੀ ਝੜੀ ਲਾ ਦਿੱਤੀ। ਘੇਰਾ ਟੁੱਟ ਗਿਆ। ਬਾਬਾ ਜੀ ਤੀਰਾਂ ਦੀ ਛਾਂ ਹੇਠਾਂ ਅੱਗੇ ਵਧੀ ਗਏ। ਫਿਰ ਆਪ ਨੇ ਤਲਵਾਰ ਹੱਥ ਵਿੱਚ ਲੈ ਲਈ ਤੇ ਵੈਰੀਆਂ ਦੇ ਚੰਗੇ ਆਹੂ ਲਾਏ। ਪਰ ਮੁਗਲ ਫੌਜਾਂ ਦੇ ਹੜ ਅੱਗੇ 6 ਸਿੰਘ ਕਿੰਨੀ ਕੁ ਦੇਰ ਟਿਕ ਸਕਦੇ ਸਨ। ਇੱਕ ਇੱਕ ਕਰਕੇ ਸ਼ਹੀਦ ਹੋ ਗਏ। ਪਰ ਉਹਨਾਂ ਨੇ ਇਹ ਸਿੱਧ ਕਰ ਦਿੱਤਾ ਕਿ ਇਕੱਲਾ ਖਾਲਸਾ ਲੱਖਾਂ ਵੈਰੀਆਂ ਵਿੱਚ ਵੀ ਯੁੱਧ ਮਚਾ ਸਕਦਾ ਹੈ। ਉੱਧਰ ਸੂਰਜ ਛਿਪ ਰਿਹਾ ਸੀ ਤੇ ਇੱਧਰ ਚਮਕੌਰ ਦੇ ਮੈਦਾਨ ਵਿੱਚ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਵੀ ਸ਼ਹੀਦੀ ਪਾ ਗਏ। ਗੁਰੂ ਜੀ ਨੇ ਫਿਰ ਜੈਕਾਰਾ ਛੱਡਿਆ। ਰਾਤ ਪੈ ਗਈ। ਜੰਗ ਬੰਦ ਹੋ ਗਈ। ਰਹਿਰਾਸ ਤੇ ਪਾਠ ਮਗਰੋਂ ਸਤਿਗੁਰਾਂ ਨੇ ਸਿੰਘਾਂ ਨੂੰ ਚੜ੍ਹਦੀ ਕਲਾ ਵਿੱਚ ਰਹਿ ਕੇ ਜੂਝਦਿਆਂ ਹੋਇਆਂ ਸ਼ਹਾਦਤਾਂ ਪਾਉਣ ਦਾ ਉਪਦੇਸ਼ ਦਿੱਤਾ। ਸਤਿਗੁਰਾਂ ਇਹ ਵੀ ਕਿਹਾ ਕਿ ਉਹ ਦਿਨ ਚੜ੍ਹਦੇ ਸਾਰ ਸਭ ਤੋਂ ਪਹਿਲਾਂ ਆਪ ਜੱਥਾ ਲੈ ਕੇ ਮੈਦਾਨ ਵਿੱਚ ਜਾਣਗੇ। ਸਤਿਗੁਰਾਂ ਦੇ ਇਸ ਫੈਸਲੇ ਤੋਂ ਸਿੰਘ ਬਹੁਤ ਘਬਰਾ ਗਏ। ਉਹ ਚਾਹੁੰਦੇ ਸਨ ਕਿ ਗੁਰੂ ਜੀ ਬਚ ਕੇ ਨਿਕਲ ਜਾਣ ਅਤੇ ਲੋਕਾਂ ਨੂੰ ਭਾਰੀ ਗਿਣਤੀ ਵਿੱਚ ਸਿੰਘ ਸਜਾ ਕੇ ਮੁਗਲਾਂ ਨਾਲ 2 ਹੱਥ ਕਰਨ। ਸਿੰਘਾਂ ਨੇ ਇਸ ਭਾਂਤ ਦੀਆਂ ਬੇਨਤੀਆਂ ਸਤਿਗੁਰਾਂ ਅੱਗੇ ਕੀਤੀਆਂ, ਪਰ ਸਤਿਗੁਰੂ ਜੀ ਆਪਣਾ ਫੈਸਲਾ ਬਦਲਣ ਨੂੰ ਤਿਆਰ ਨਾ ਹੋਏ। ਉੱਧਰ ਸਿੱਖ ਵੀ ਇਹ ਮਨ ਬਣਾਈ ਬੈਠੇ ਸਨ ਕਿ ਸਤਿਗੁਰੂ ਜੀ ਨੂੰ ਕਿਸੇ ਹਾਲਤ ਵਿੱਚ ਵੀ ਸ਼ਹੀਦ ਨਹੀਂ ਹੋਣ ਦੇਣਾ। ਉਹ ਸਮਝਦੇ ਸਨ ਕਿ ਸਤਿਗੁਰਾਂ ਦੀ ਇਸ ਸਮੇਂ ਦਿੱਤੀ ਸ਼ਹਾਦਤ ਪੰਥ ਲਈ ਕਰਾਰੀ ਸੱਟ ਸਾਬਤ ਹੋਵੇਗੀ। ਸੋ ਭਾਈ ਦਇਆ ਸਿੰਘ ਜੀ ਦੀ ਪ੍ਰੇਰਨਾ ਨਾਲ ਸਿੰਘਾਂ ਨੇ ਆਪਣੇ ਵਿੱਚੋਂ 5 ਪਿਆਰੇ ਚੁਣੇ। ਭਾਈ ਦਇਆ ਸਿੰਘ ਜੀ ਨੇ 5 ਪਿਆਰਿਆਂ ਵੱਲੋਂ ਗੁਰੂ ਜੀ ਨੂੰ ਪੰਥ ਦਾ ਹੁਕਮ ਸੁਣਾਇਆ ਕਿ ਉਹ ਜਿਵੇਂ ਕਿਵੇਂ ਵੀ ਹੋਵੇ ਰਾਤ ਨੂੰ ਗੜ੍ਹੀ ਵਿੱਚੋਂ ਨਿਕਲ ਕੇ ਸੁਰੱਖਿਅਤ ਥਾਂ ਤੇ ਚਲੇ ਜਾਣ। ਪੰਥ ਦੇ ਗੁਰੂ ਹੋਣ ਦਾ ਸਿਧਾਂਤ ਗੁਰੂ ਜੀ ਨੇ ਖੁਦ ਉਸੇ ਦਿਨ ਤੋਂ ਚਾਲੂ ਕੀਤਾ ਸੀ ਜਦੋਂ ਉਹਨਾਂ ਆਪ ਸਨ 1699 ਦੀ ਵਿਸਾਖੀ ਨੂੰ 5 ਪਿਆਰਿਆਂ ਤੋਂ ਅੰਮ੍ਰਿਤ ਛਕਿਆ ਸੀ। ਸੋ ਆਪ ਨੇ ਪੰਥ ਦੇ ਹੁਕਮ ਅੱਗੇ ਸਿਰ ਝੁਕਾਇਆ ਤੇ ਗੜ੍ਹੀ ਛੱਡ ਜਾਣਾ ਪ੍ਰਵਾਨ ਕਰ ਲਿਆ। ਦਸਮ ਪਾਤਸ਼ਾਹ ਨੇ
बाकी बचे 10 ਸਿੰਘਾਂ ਨੂੰ गढ़ी विचों बाहर जाण दी वियोंत समझाई ते दस्सिया कि वह अपने नाल भाई दया सिंह, भाई धर्म सिंह ते भाई मान सिंह नूं नाल लैके जाणगे। बाकी 7 विचों अपनी शक्ल नाल मिलदी जुलदी शक्ल वाले भाई संगत सिंह जी नूं कलगी दे के अपनी पोशाक पहना के गढ़ी दी सिमटी विच बैठण दी तजवीज़ समझाई तां जो मुगलों नूं उन्हां दे गढ़ी विच होण दा भुलेखा बनिया रहे। अद्धी रात तो कुछ समा मगरों गुरु जी तीनों सिंह गढ़ी तो बाहर आए। गुरु जी हनेरे विच टुरदियां होया एक उच्ची टिब्बी ते जा चढ़े। एक सिंह जो गुरु जी तो काफ़ी दूरी ते सी, उसने उच्ची उच्ची कहा, हिंद दा पीर जा रहा है, जिसकी हिम्मत होवे फड़ लवे। फिर दूजे ते तीजे सिंह ने भी वख-वख थावां तो इंज ही कहा। वैरी दल नूं जिधरों आवाज़ां आईयां सन उधर कट्टा वड्ड शुरू हो गई। वैरी समझते सन कि ਸਿੰਘਾਂ ਦਾ जत्था आ पिया है। रात के हनेरे विच मुगल फौजां ते सिपाही आपस विच ही भिड़ पए। इस हफड़ा दफड़ी विच गुरु जी ते तीनों सिंह मुगल फौजां विचों निकल गए, भावें कि वो सब खिंड गए सन। खतरे तो दूर जाके सब मिथे हुए तारियां दी सेध विच तुर पे। चानना होण ते वैरी दल नूं भारी निराशा हुई, क्योंकि ਸਿੰਘਾਂ दी तां कोई लाश न लभी, पर मुसलमानां दीयां लाशां ही विखाई दित्तियां। गुस्से विच भड़के हुए वैरी दल ने गढ़ी उत्ते हल्ला बोल दिता। गढ़ी अंदरों 7 सिंह लड़दे हुए बाहर होए ते शहीद हो गए। भाई संगत सिंह जी गुरु जी दी पोशाक पाई गढ़ी दे शिखर उत्ते सन। उन्हां नूं गुरु गोबिंद सिंह जी समझ के वैरी भारी गिनती विच टुट के पै गए। भाई साहब ने लड़दियां होइयां शहीदी पाई। वैरी दल बड़ा खुश सी कि उसने गुरु जी नूं शहीद कर दिता है। पर जदों सरहंद दे सूबे वजीर खान ने पड़ताल कराई तां असलीयत सामने आई कि गुरु जी तां फौजां विचों सुरक्षित चले गए हन। ये मुगल हुकूमत नूं करारी चोट सी कि कश्मीर, लाहौर, दिल्ली ते सरहंद दी सारी मुगल ताकत उसदे नाल पहाड़ी राजियां दीयां फौजां 7 महीने अनंतपुर नूं घेरा पाउण दे बावजूद भी ना तां गुरु गोबिंद सिंह जी नूं फड़ सकी ते ना ही ਸਿੰਘਾਂ नूं ईन मनण लई मजबूर ही कर सकी। सरकारी खजाने दे ਲੱਖਾਂ रुपए खर्च हो गए। हज़ारां दी गिनती विच फौजी मारे गए, पर मुगल अपने निशाने विच सफलता प्राप्त ना कर सके। चमकौर दी असामी जंग विच साहिबजादियां ते ਸਿੰਘਾਂ ने अपनी बेमिसाल शहादतां दे के सिख इतिहास नूं हमेशा वास्ते रुशना दिता। 1.25 लाख से एक लड़ाऊं दा अखान सच कर विखाया। 1984 विच भी भारती फौज वल्लों दरबार साहब ते किते हमले दा जिवें मुट्ठी भर ਸਿੰਘਾਂ ने मुकाबला करके शहीदियां पाईयां सी, वो भी चमकौर दे जंग दी याद ही ताज़ा कर गया सी। वाहिगुरु जी का खालसा, वाहिगुरु जी की फतेह।